ਅੰਮ੍ਰਿਤ ਵੇਲੇ ਤਖਤਾਂ 'ਤੇ ਸੁਭਾਇਮਾਨ ਹੋ ਕਰਕੇ ਜੋ ਪਾਵਨ ਉਪਦੇਸ਼ ਅੱਜ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਅੱਜ ਦਾ ਇਹ ਪਾਵਨ ਫਰਮਾਨ ਸੋਰਠ ਰਾਤ ਦੇ ਅੰਦਰ ਚੌਥੇ ਗੁਰੂਦੇਵ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪੰਜ ਪਦਿਆਂ ਦੇ ਰੂਪ ਦੇ ਵਿੱਚ ਹੈ। ਔਰ ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਮੁਬਾਰਕ ਪਾਵਨ ਪਵਿੱਤਰ ਅੰਗ 607 ਤੋਂ ਹੋ ਕੇ 608 ਅੰਗ ਤੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ। ਆਪ ਸੰਗਤ ਆਸੀਸ ਬਖਸ਼ੋ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ, ਮਨ ਬਿਰਤੀਆਂ ਕਰੋ ਇਕਾਗਰ, ਤਾਂ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਹਿਰਦੇ ਵਿੱਚ ਵਸ ਸਕੇ, ਬਾਣੀ ਦਾ ਭਾਵ ਹਿਰਦੇ ਅੰਦਰ ਸਮਾ ਸਕੇ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਹੋ ਜਾਏ। ਕਰੋ ਕਿਰਪਾ, ਅਦਬ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਚੌਥਾ। ਪੰਚ ਪਦਾ ਅਚਰ ਚਰਤਾ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਅਚਰ ਚਰੈ, ਇਸ ਦੇ ਵਿਦਵਾਨਾਂ ਨੇ ਵੱਖ-ਵੱਖ ਅਰਥ ਕੀਤੇ ਨੇ। ਅਚਲ ਦੇ ਅਰਥ ਕੀਤੇ ਨੇ ਅਸਾਧ, ਜਿਹਨੂੰ ਸਾਧਿਆ ਨਹੀਂ ਜਾ ਸਕਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਮਨ ਨੂੰ ਵੀ ਇੱਕ ਅਸਾਧ ਰੋਗ ਆਖਦੇ ਨੇ। ਮਨ ਨੂੰ ਪਰਮਾਤਮਾ ਦਾ ਰੂਪ ਵੀ ਕਿਹਾ ਗਿਆ, ਮਨ ਨੂੰ ਪਰਮਾਤਮਾ ਦੀ ਅੰਸ਼ ਵੀ ਕਿਹਾ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ ਪਰ ਇੱਕ ਅਸਾਧ ਰੋਗ ਜਿਹਦਾ ਇਲਾਜ ਕਰਨਾ ਬੜਾ ਔਖਾ ਹੁੰਦਾ ਹੈ ਤੇ ਬੜੀ ਮੁਸ਼ਕਲ ਦੇ ਨਾਲ ਇਲਾਜ ਹੋ ਜਾਵੇ, ਤਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਇਹ ਮਨ ਜਿਹੜਾ ਹੈ ਇਹ ਵੀ ਅਸਾਧ ਹੈ, ਇਹ ਚੰਚਲ ਹੈ ਤੇ ਕਦੇ ਵੀ ਟਿਕ ਕਰਕੇ ਬੈਠਦਾ ਨਹੀਂ। ਸਤਿਗੁਰਾਂ ਦੇ ਬਚਨ ਲਿਖੇ ਵਿਦਵਾਨਾਂ ਨੇ ਕਹਿਣ ਲੱਗੇ ਇਹ ਮਨ ਲੋਚੇ ਬੁਰਾਈਆਂ, ਗੁਰ ਪ੍ਰਸਾਦੀ ਇਹ ਮਨ ਹੋ ਰਹੀ ਹੈ। ਮਨ ਹਮੇਸ਼ਾ ਮਨ ਦੇ ਅੰਦਰ ਪਾਪ ਮਨ ਆਸ਼ਰਿਤ ਹੋ ਕੇ ਵਿਕਾਰਾਂ ਦੇ ਤੇ ਫੁਰਨੇ ਉਹਦੇ ਅੰਦਰ ਚੱਲਦੇ ਨੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਮਨ ਜਿਹੜਾ ਹੈ ਹਾਥੀ ਦੇ ਨਾਲ ਤੁਲਨਾ ਦੇ ਕੇ ਸਤਿਗੁਰੂ ਕਹਿੰਦੇ ਨੇ ਕਿ ਜਿਵੇਂ ਹਾਥੀ ਹੁੰਦਾ ਹੈ ਨਾ ਤੇ ਉਹਨੂੰ ਰੋਕਣਾ ਔਖਾ ਹੋ ਜਾਂਦਾ ਹੈ, ਪਰ ਜਿਸ ਦਿਨ ਉਹਦੇ ਉੱਪਰ ਮੁਹਾਵਤ ਬੈਠਾ ਕੁੰਡੇ ਦੀ ਸੱਟ ਮਾਰਦਾ ਹੈ ਫਿਰ ਉਹੀ ਬਲਸ਼ਾਲੀ ਹਾਥੀ ਜਿਹੜਾ ਹੈ ਉਹ ਕੰਮਾਂ 'ਤੇ ਲੱਗ ਜਾਂਦਾ ਹੈ। ਪਹਿਲਾਂ ਉਹ ਅਵੇੜਾ ਹਾਥੀ ਜਦ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ ਮਾਤਾ ਭੈਂਸਾ ਅਮੂਹਾਂ ਜਾਏ, ਮੱਤ ਰੂਪੀ ਜਿਹੜਾ ਭੈਂਸੇ ਤੋਂ ਭਾਵ ਕਿ ਮੱਤ ਰੂਪੀ ਬਲਦ ਜਾਂ ਸਾਨ ਕਹਿੰਦੇ ਅਮੂਹਾ ਜਾਏ, ਇਹ ਜਿਸ ਪਾਸੇ ਨੂੰ ਤੋਰਨਾ ਚਾਹੁੰਦੇ ਉਸ ਪਾਸੇ ਨੂੰ ਨਹੀਂ ਜਾਏਗਾ। ਮਾਤਾ ਭੈਂਸਾ ਅਮੂਹਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਕੁੱਦਦਾ ਏ, ਇਹ ਅੱਗੇ ਦੌੜਦਾ ਏ, ਇਹ ਜਿਸ ਪਾਸੇ ਚੰਗੇ ਪਾਸੇ ਤੋਰਨ ਦਾ ਯਤਨ ਕਰੋ ਤੇ ਇਹ ਮਨ ਬਲਦ ਜਿਹੜਾ ਹੈ ਉਸ ਪਾਸੇ ਤੁਰਨ ਦਾ ਜਿਹੜਾ ਹੀਆ ਨਹੀਂ ਕਰਦਾ, ਸਗੋਂ ਦੂਸਰੇ ਪਾਸੇ ਨੂੰ ਦੌੜਦਾ ਹੈ।
सतगुरु महाराज पातशाह जी ने मन की जिहड़ी गल गुरबाणी च कीती, सतगुरु महाराज कहते ने ये मन जिहड़ा है ये मन राजे की न्याई है। ते राजा भी वो जिहड़ा बिल्कुल बालक होवे जिन्हों समझ कोई नहीं, राजा बालक नगरी काची दुष्टां नाल प्यारो। ते सतगुरु महाराज कहते ने ये कच्ची नगरी दे विच रहिंदा है ते दुष्टां दे नाल इसदा प्यार है। सतगुरु महाराज पातशाह जी ने मन दे प्रथाए अनेकां उदाहरणां दित्तियां ने। ते गुरु रामदास महाराज पातशाह कहते ने कि अचर चरे तां सिद्ध होए सिद्धि ते बुध पाई। जेकर कोई इस असाधे हुए मन नूं साध लवे, विद्वानां ने अचर दे अर्थ कीते ने, सिद्धि भी कीते ने कि कई बारी नाम जपदियां होइयां इन्नी क ताकत मिल जाती है, तो जेकर जरना नहीं आउंदा तो वो इंसान वो करामातां दे विच फस के रह जाता है। जिवें सतगुरु गुरु नानक देव महाराज सुमेर पर्बत ते जाते हैं। सतगुरु गुरु नानक देव महाराज जिस वेले गए उस वेले सतगुरु महाराज भर जवानी दे विच ने। ते जदों सतगुरु महाराज उत्थे सुमेर पर्बत ते जाते हैं तो उत्थे सारे सिद्ध जिहड़े बैठे ने, किसी की उम्र 200 साल है, किसी की 400, कोई 500, कोई 700 साल का। हुण रिद्धियां सिद्धियां उन्हां दे कोल बहुत ने, करामाता बहुत ने, ते करामाता करके उन्होंने जगत दे विच प्रभाव पाया ते लोग उन्हां दी पूजा करते हैं। संसारी लोग उन्हां दे अगे भेटा रखते हैं। सतगुरु गुरु नानक देव महाराज पातशाह जी जिस वेले गए तो गुरु नानक देव महाराज पातशाह जी नूं उन्होंने बालक बाला बच्चा कह के पुकारिया कि बच्चे बालक कि दस तैनूं इत्थे किहड़ी शक्ति लैके आई है, क्योंकि वो मनते सी कि आम जोगी भी इत्थे नहीं पहुँच सकता। जिन्नी देर तक किसी ने कोई सिद्धि करामात नहीं मिल जाती उन्नी देर तक सुमेर पर्वत पर पहुँचना बड़ा औखा सी। सतगुरु गुरु नानक देव महाराज पातशाह कहते हैं साध संगत ते परमात्मा के नाम तो बगैर साढ़े कोल कोई दूसरी करामात नहीं। गुरु नानक देव महाराज पातशाह जी के नाल सिद्धां ने फिर बहुत सारे सवाल किए तो गुरु नानक देव महाराज ने वो गोष्ठ होई तो गुरु नानक देव महाराज उन्होंने सवालों के उत्तर देंदे रहे। हुण एक हुंदी है अवस्था जर जाना, उसनूं अंदर टिका के रख लेना, पर कई बारी जदों सिद्धि मिल जाती है, करामात अंदर मिलती है, गुरु की बख्शिश मन के अंदर हिरदे के अंदर टिकती है आके, तो उस वेले थोड़े मन वाले या डोलन वाले मन वाले जिहड़े हुंदे ने वो फिर उस करामात का प्रगटावा जगत दे विच करते हैं। इतिहास गुरु रामदास महाराज जी का, गुरु हरराय साहब जी का जो असीं पढ़ते हैं तो सतगुरु गुरु हरराय साहब जी नूं औरंगजेब के दरबार के विचों सुनिया आउंदा है, सद्दिया जाता है कि तुहाडी बाणी दे विच कुछ शब्द अजिहे लिखे ने जिहड़े इस्लाम के उल्ट ने। हालांकि ये घटना पहलों भी वापर चुकियां ने। गुरु अमरदास महाराज पातशाह जिस वेले गुरता गद्दी ते बैठे ने तो सतगुरु महाराज पातशाह गुरु अमरदास महाराज ने भी उस वेले कहा गया सी कि तुहाडी बाणी दे विच जो तुसी बाणी पढ़दे हो उहदे विच इस्लाम के विरुद्ध शब्द ने तो तुसी इस गल का स्पष्टीकरण आकी देवो। उस वेले गुरु अमरदास महाराज जी ने भाई जेठा जी धन गुरु रामदास महाराज नूं लाहौर दरबार दे विच भेजिया सी। गुरु रामदास महाराज उदों गुरु नहीं बने। सतगुरु महाराज पातशाह गए तो सतगुरु महाराज नाल बहुत सारे सवालों के जवाब होए तो गुरु रामदास महाराज पातशाह जी अंदर गुरु दे नाल जुड़े होने करके इन्नी निमरता प्यार ते गुरबानी ते विश्वास ते भरोसा रख के बादशाह अकबर के सवालों के उत्तर दिते और जिन्ने उत्थे दरबारी बैठे सन सारे निरुत्तर हो गए। गुरु रामदास महाराज जी तो प्रभावित होके सतगुरु महाराज जी की विचार चर्चा तो प्रभावित होके अकबर फिर गुरु अमरदास महाराज पातशाह जी के दर्शनों वास्ते आया तो सतगुरु महाराज ने उत्थे कहा सी कहंदे साडे घर का ये विधान है, साडे घर की ये मर्यादा है कि जिहड़ा भी साडे दर्शनां नूं आउंदा है सानूं मिलण तो पहलों पंगत दे विच जाके प्रशादा बैठ के छके। बादशाह अकबर कहंदा मैं छक के आया
ਕਹਿਣ ਲੱਗੇ ਸਤਿਗੁਰੂ ਮਹਾਰਾਜ ਨੇ ਸੁਨੇਹਾ ਭੇਜਤਾ ਸੀ, ਕਹਿੰਦੇ ਗੱਲ ਪ੍ਰਸ਼ਾਦੇ ਦੀ ਨਹੀਂ, ਗੱਲ ਤੇ ਇੱਥੇ ਇੱਕ ਸਾਰਤਾ ਦੀ, ਇੱਕ ਬਰਾਬਰਤਾ ਦੀ ਗੱਲ ਏ। ਜਿਹੜਾ ਵੀ ਆ ਕੇ ਇੱਕ ਪੰਗਤ ਦੇ ਵਿੱਚ ਬੈਠ ਕੇ ਮਨ ਨੂੰ ਨੀਵਾਂ ਕਰ ਲਵੇਗਾ। ਹੁਣ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਸਾਨੂੰ ਇਹ ਕਿਉਂ ਹੁਕਮ ਕਰ ਦਿੱਤਾ ਕਿ ਰੋਜ਼ ਆਸਾ ਕੀ ਵਾਰ ਪੜ੍ਹੀ ਜਾਵੇ? ਕੀ ਲੋੜ ਸੀ? ਹੁਣ ਦੇਖੋ, ਅਸੀਂ ਆਸਾ ਕੀ ਵਾਰ ਪੜ੍ਹਦੇ ਵੀ ਹਾਂ। ਆਸਾ ਕੀ ਵਾਰ ਦਾ ਪ੍ਰਪੇਖ ਕੀ ਹੈ, ਸਿਧਾਂਤ ਕੀ ਉਹਦੇ ਅੰਦਰ? ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ, ਅਸੀਂ ਆਸਾ ਦੀ ਵਾਰ ਸੁਣਦੇ ਵੀ ਹਾਂ, ਪਰ ਅਸਲ ਦੇ ਵਿੱਚ ਜੋ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਆਸਾ ਕੀ ਵਾਰ ਦੇ ਅੰਦਰ ਹੁਕਮ ਕੀਤਾ ਹੈ ਕਿ ਜਿੰਨੇ ਕੁ ਕਰਮਕਾਂਡ ਇਨਸਾਨ ਕਰਦਾ ਹੈ, ਸਤਿਗੁਰੂ ਮਹਾਰਾਜ ਨੇ ਤਕਰੀਬਨ ਉਹਨਾਂ ਸਾਰੇ ਕਰਮਕਾਂਡਾਂ ਦਾ ਆਸਾ ਕੀ ਵਾਰ ਦੇ ਅੰਦਰ ਖੰਡਨ ਕਰਕੇ ਕਿਹਾ ਸੀ ਕਿ ਕੇਵਲ ਗੁਰਮਤਿ ਦੀ ਰੀਤ ਹੋਵੇ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਅਸੀਂ ਕੇਵਲ ਬਾਣੀ ਨੂੰ ਵਿਚਾਰਦੇ ਨਹੀਂ, ਕੇਵਲ ਪੜ੍ਹਨ ਤੱਕ ਸੀਮਤ ਹੋ ਜਾਂਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਅਸੀਂ ਸ਼ਲੋਕ ਪੜ੍ਹਦੇ ਹਾਂ ਜਿੰਦੇ ਵਿੱਚ ਹੰਕਾਰ ਦੀ ਗੱਲ ਹੈ ਅਤੇ ਸਤਿਗੁਰੂ ਮਹਾਰਾਜ ਨਾਲ ਹੀ ਨਿਮਰਤਾ ਦੀ ਗੱਲ ਕਰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਇਨਸਾਨ ਕੋਲ ਤਾਕਤ ਬਹੁਤ ਆਉਂਦੀ ਹੈ। ਹੁਣ ਤਾਕਤ ਵੀ ਤਾਂ ਕਈਆਂ ਕੋਲ ਆ ਜੇ, ਪਦਵੀ ਆ ਜਾਵੇ, ਰੁਤਬਾ ਆ ਜਾਵੇ, ਅਤੇ ਜੇ ਜਰਨਾ ਨਹੀਂ ਆਉਂਦਾ ਤਾਂ ਉਹ ਜਨੇ ਖਨੇ ਦੇ ਉੱਤੇ ਵਾਰ ਕਰਨਗੇ, ਜਨੇ ਖਨੇ ਦਾ ਨੁਕਸਾਨ ਕਰਨਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਦੀਰਘ ਕਹਿੰਦੇ ਨੇ ਬਹੁਤ ਜ਼ਿਆਦਾ ਉੱਚਾ ਲੰਮਾ ਹੋ ਜਾਣਾ, ਮੁੱਚ ਦਾ ਭਾਵ ਹੈ ਕਿ ਬਹੁਤ ਵੱਡਾ ਮੋਟਾ ਤਾਜ਼ਾ ਹੋਣਾ। ਸਤਿਗੁਰੂ ਮਹਾਰਾਜ ਉਦਾਹਰਨ ਦਿੰਦੇ ਨੇ ਸਿਮਲ ਦੇ ਰੁੱਖ ਦੀ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਦੇਖੋ ਸਿਮਲ ਦਾ ਰੁੱਖ ਕਿੰਨਾ ਲੰਮਾ, ਕਿੰਨਾ ਮੋਟਾ ਤਾਜ਼ਾ ਹੈ, ਬਹੁਤ ਬਿਲਕੁਲ ਤੀਰ ਦੇ ਵਾਂਗੂ ਸਿੱਧਾ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਉਹ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਕਿਤ ਦੇ ਅਰਥ ਨੇ ਕਾਹਦੇ ਲਈ? ਸਤਿਗੁਰੂ ਮਹਾਰਾਜ ਕਹਿੰਦੇ ਪੰਛੀ ਆਸ ਕਰਕੇ ਆਉਂਦੇ ਨੇ ਤੇ ਫਿਰ ਨਿਰਾਸ਼ ਹੋ ਕੇ ਕਿਉਂ ਚਲੇ ਜਾਂਦੇ ਨੇ? ਜਾਏ ਨਿਰਾਸੇ ਕਿਤ, ਕਿਉਂ ਜਾਂਦੇ ਨੇ ਨਿਰਾਸ਼ ਹੋ ਕੇ? ਜਿਹੜੇ ਆਸ ਕਰਕੇ ਆਏ ਤੇ ਨਿਰਾਸ਼ ਹੋ ਕੇ ਕਿਉਂ? ਸਤਿਗੁਰੂ ਮਹਾਰਾਜ ਕਹਿੰਦੇ ਜਗਤ ਦੇ ਵਿੱਚ ਵੀ ਇਸੇ ਤਰ੍ਹਾਂ ਜੋ ਪਦਵੀਆਂ ਵੱਧਦੀਆਂ ਜਾਂਦੀਆਂ ਨੇ, ਰੁਤਬੇ ਵੱਧਦੇ ਜਾਂਦੇ ਨੇ, ਬੰਦਾ ਆਕੜ ਕੇ ਸਿਮਲ ਵਾਂਗੂ ਸਿੱਧਾ ਤੇ ਹੋ ਜਾਂਦਾ ਹੈ। ਪਰ ਜੇਕਰ ਕੋਈ ਆਸ ਕਰਕੇ ਆਵੇ ਤੇ ਉਹ ਆਸ ਪੂਰੀ ਨਹੀਂ ਹੁੰਦੀ, ਸਗੋਂ ਨਿਰਾਸ਼ ਹੋ ਕੇ ਵਾਪਸ ਪਰਤ ਆਉਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਾਏ ਨਿਰਾਸੇ ਕਿਤ, ਕਹਿੰਦੇ ਕਿਉਂ ਜਾਂਦੇ ਨੇ ਨਿਰਾਸ਼ ਹੋ ਕੇ? ਅੱਗੇ ਸਤਿਗੁਰੂ ਮਹਾਰਾਜ ਪਾਤਸ਼ਾਹ ਦੱਸਦੇ ਨੇ ਨਿਰਾਸ਼ ਹੋਣ ਦਾ ਕਾਰਨ ਕੀ। ਕਹਿੰਦੇ ਨੇ ਫੁੱਲ ਫਿੱਕੇ ਫਲ ਬੱਕ ਬੱਕੇ ਕੰਮ ਨਾ ਆਵੇ ਪਤ। ਸਤਿਗੁਰੂ ਮਹਾਰਾਜ ਕਹਿੰਦੇ ਫੁੱਲ ਵੀ ਉਹਨਾਂ ਤੋਂ ਵੀ ਕੋਈ ਰਸ ਨਾ ਮਿਲਿਆ ਆਉਣ ਵਾਲੇ ਨੂੰ, ਨਾ ਹੀ ਫਲਾਂ ਦੇ ਵਿੱਚੋਂ ਸਵਾਦ ਮਿਲਿਆ। ਫੁੱਲ ਫਿੱਕੇ ਤੇ ਫਲ ਬੱਕ ਬੱਕੇ ਸਵਾਦ ਸੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਪੱਤੇ ਸੀ ਉਹ ਵੀ ਕਿਸੇ ਕੰਮ ਨਾ ਆਏ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹਦੇ ਨਾਲੋਂ ਤੇ ਛੋਟਾ ਜਿਹਾ ਬੂਟਾ ਚੰਗਾ ਸੀ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਤਿਗੁਰੂ ਮਹਾਰਾਜ ਕਹਿੰਦੇ ਜਿੰਦੇ ਅੰਦਰ ਰਸ ਪੈਦਾ ਹੋ ਜੇ, ਜਿਸ ਦੇ ਅੰਦਰ ਜਰਨ ਦੀ ਤਾਕਤ ਪੈਦਾ ਹੋ ਜੇ, ਜਿਸ ਦੇ ਅੰਦਰ ਨਿਮਰਤਾ ਪੈਦਾ ਹੋ ਜੇ, ਸਤਿਗੁਰੂ ਮਹਾਰਾਜ ਕਹਿੰਦੇ ਗੁਣ ਉਹਦੇ ਅੰਦਰ ਟਿਕਦੇ ਨੇ ਆ ਕੇ, ਰਸ ਉਹਦੇ ਅੰਦਰ ਆ ਕੇ ਟਿਕਦਾ ਹੈ। ਅਤੇ ਜਿਉਂ-ਜਿਉਂ ਬੂਟੇ ਨੂੰ ਫਲ ਲੱਗਦੇ ਆ ਨਾ, ਨੀਵੇਂ ਦਰਖਤ ਨੂੰ ਫਲ ਲੱਗਣਗੇ, ਤਿਉਂ-ਤਿਉਂ ਉਹ ਨੀਵਾਂ ਦਰਖਤ ਜਿਹੜਾ ਥੱਲੇ ਨੂੰ ਚੁੱਕਣ ਲੱਗ ਪਏਗਾ। ਅਤੇ ਕਹਿੰਦੇ ਜਦੋਂ ਕੋਈ ਨਾਮ ਜਪਣ ਲੱਗ ਪੈਂਦਾ ਹੈ ਨਾ ਜੀ, ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਸਿੱਧਾ ਬਿਲਕੁਲ ਸਿਰ ਕਰਕੇ ਅਸੀਂ ਜਦੋਂ ਜਪਣਾ ਸ਼ੁਰੂ ਕਰਦੇ ਹਾਂ ਅਤੇ ਜਿਉਂ-ਜਿਉਂ ਗੁਰੂ ਦੀ ਕਲਾ ਅੰਦਰ ਵਰਤਦੀ, ਸਿਰ ਆਪਣੇ ਆਪ ਠੋਡੀ ਆਪਣੇ ਆਪ ਆ ਕੇ ਗਲੇ ਨੂੰ ਲੱਗ ਜਾਂਦੀ, ਸਿਰ ਝੁਕਣ ਲੱਗ ਪੈਂਦਾ ਹੈ। ਕਈ ਇਸ ਤਰ੍ਹਾਂ ਦੇ ਦੇਖੇ ਜਿਹੜੇ ਸਾਰਾ ਦਿਨ ਬਿਲਕੁਲ ਠੋਡੀ ਜਿਹੜੀ ਥੱਲੇ ਲੱਗੀ ਹੋਣੀ ਅਤੇ ਬਿਲਕੁਲ ਸਿਰ ਨੀਵਾਂ ਕਰਕੇ ਉਹਨਾਂ ਨੇ ਝੁਕੀ ਹੋਣਾ, ਲੋਕਾਂ ਨੇ ਵੇਖ ਕੇ ਸ਼ਾਇਦ ਕਹਿ ਦੇਣਾ ਕਿ ਇਹ ਸੁੱਤੇ ਪਏ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਕਿਹਾ, ਕਹਿੰਦੇ ਮੇਰੇ ਮਨ ਦੇ ਵਿੱਚ ਵੀ ਆਇਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੁੰਦਾ ਹੈ ਅਤੇ ਕੀਰਤਨ ਹੁੰਦੇ ਸਮੇਂ ਕਹਿੰਦੇ ਲੋਕ ਸੌਂ ਜਾਂਦੇ ਨੇ ਉੱਥੇ। ਕੀਰਤਨ ਸੁਣਦਿਆਂ ਕਈ ਸੌਂ ਗਏ, ਸਿਰ ਬਿਲਕੁਲ ਥੱਲੇ ਜੁੜੇ ਹੋਏ। ਅਤੇ ਕਹਿੰਦੇ ਜਿਸ ਦਿਨ ਮੇਰੇ ਮਨ 'ਚ ਆਇਆ ਉਸ ਦਿਨ ਮੈਂ ਰਾਤ ਨੂੰ ਬੈਠਾ ਸਿਮਰਨ ਕੀਤਾ ਅਤੇ ਮਨ ਟਿਕੇ ਕੋਈ ਨਾ। ਅਤੇ ਅੰਦਰੋਂ ਆਵਾਜ਼ ਆਈ ਸੀ, ਮਨਾ ਤੂੰ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ 'ਤੇ ਸ਼ੱਕ ਕਰਦਾ ਪਿਆ ਹੈ। ਇਹ ਤਾਂ ਅਸਲ ਦੇ ਵਿੱਚ ਉਹ ਨੀਵੇਂ ਰੁੱਖ ਨੇ ਜਿਨ੍ਹਾਂ ਨੂੰ ਫਲ ਲੱਗ ਗਿਆ ਅਤੇ ਝੁੱਕ ਕੇ ਗੁਰੂ ਰਾਮਦਾਸ ਮਹਾਰਾਜ ਅੱਗੇ ਬੈਠ ਗਏ ਨੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ।
सतगुरु महाराज पातशाह कहते ने जरन वाली शक्ति नूं जेकर कोई अंदरों जर जावे तो सतगुरु महाराज कहते उनका मन शुद्ध हो जाता है, सिद्ध हो जाता है। तो सतगुरु कहते ने सिद्धि ते बुद्ध पाई, उनके अंदर परमात्मा की बख्शिश टिक जाती है। हुण गुरु रामदास महाराज पातशाह जी नूं भाई जेठे के रूप दे विच भेजा गया तो अकबर बादशाह आके सतगुरु के दरबार दे विच नतमस्तक होया। समय का बादशाह हकूमत जिन्हां दा हिंदुस्तान के उपर राज है वो भी आके गुरु साहब जी के चरणों के विच झुके। पर हुण देखो समा आया है तो गुरु हरराय साहब गुरता गद्दी ते बैठे ने तो औरंगजेब उधरों गुरता ते बैठा अपनी वो तख्त के उपर बैठा है। जो औरंगजेब तख्त के उत्ते बैठा उन्हें भी सुनिया भेज दिता, मुतसबी लोग सी, कट्टड़ सी, उन्हें भी सुनिया भेज दिता कि तुहाडा जिहड़ा ग्रंथ है उनदे विच इस्लाम के विरुद्ध शब्द ने। हुण गुरु हरराय साहब जी अपने वड्डे सपुत्र नूं भेजदे पए ने। हुण बाबा राम राय जिहड़ा है बड़ा विद्वान है, सियाना है, तो इहदे विच कोई शक वाली गल नहीं कि उनदे कोल गुरु की बख्शिश भी आ। सतगुरु गुरु हरराय साहब जी जिस वेले तोड़ते पे ने तो जो वाहगुरू जी तोड़ते ने तो सतगुरु महाराज गुरु हरराय साहब जी ने कहा सी राम राय नूं, कहन लगे बेटा तू चलिया है सरकार दे दरबार दे अंदर, पर ख्याल रखी इस गल का कि गुरु नानक दे घर तू झुकन नहीं देना। सतगुरु महाराज पातशाह ने बचन कहे कि जो भी तू अपनी रसना तो कहेगा गुरु नानक तेरी रसना ते वसेगा, तेरे कहे हुए हर बोल सच्चे होवणगे, पर तू मन दे विच कदी भी शंका डर ते भै नहीं रखना कि मैं सरकार दे दरबार दे विच बैठा हाँ जां हुकूमत का कोई डर नहीं रखना। राम राय जिस वेले औरंगजेब के दरबार दे विच गया उन्होंने पंक्तियां पुछियां, गुरबाणी बड़े सवाल किए तो बाबा राम राय जी ने बड़ियां दे उत्तर दे के उन्होंने निरुत्तर कर दिता। पर मन दे विच किते ना किते ये गल बैठती पई है कि सामने समय का बादशाह औरंगजेब जिहड़ा हिंदुस्तान के तख्त के उत्ते बैठा है वो सामने बैठा है तो किते मैं कोई ओहो जिहा शब्द ना कह बैठा। अखीर ते उन्होंने एक सवाल पूछ लिया, कह लगे जी तुहाडी बाणी दे विच लिखिया होया है कि मिट्टी मुसलमान की पेड़े पई घुमियार, ये शब्द लिखे ने तो तुहाडे गुरु नानक देव महाराज ने मुसलमानों बारे आ शब्द लिख दिते। उत्थे बाबा राम राय जी का दिल डोलिया। समय की हकूमत नूं देख के तख्त नूं देख के मन दे विच डर ते भै पैदा होया। कह लगे नहीं जी उत्थे लिखारी की गलती है, असल दे विच गुरु नानक देव महाराज ने कहा सी मिट्टी बेईमान की। सतगुरु महाराज पातशाह जी नूं पता लग्या, उत्थे राम राय ने कहते 72 तरह की करामातां भी दिखाइयां। सतगुरु महाराज कहते जिन्हों जरना नहीं आउंदा वो देखो हुण भोजन ताकतवर खा लिया जाए तो जिन्हों पचाउणा नहीं आउंदा वो तो फिर उल्टी कर दिंदा है ना, उनके अंदर नहीं वो टिक सकता। सतगुरु महाराज कहते जिंदे अंदर परमात्मा की बख्शिश आके टिकदी आ, जे पचाउणा नहीं आउंदा तो वह बार बार लोगों को करामातां दा रौला ढंढोरा पिटना शुरू करता है। हुण गुरु हरराय साहब जी नूं पता लगता है तो धन गुरु हरराय साहब जी ने जो बचन उत्थे कहे सी, भाई संतोख सिंह जी ने वो बचन लिखे, कहन लगे सतगुरु महाराज ने कहा सी कि जेड़ा तां अंदरों भरोसा रख के केवल बाणी नूं पढ़ना भी ना जिन्हों आउंदा होवे, जिन्हों गुरबाणी के अर्थ भी ना पता आउंदी होवे, केवल गुरु का भै रख के ते बस मन दे विच प्यार दे नाल झुक जावे, सतगुरु महाराज कहते उनका भी पार उतारा होवेगा। केवल भै है, पर सतगुरु महाराज पातशाह कहते जिंदे अंदर गुरु का डर ते भै कोई नहीं, सतगुरु महाराज कहते मैं उन्होंने अपना सिख ही नहीं मानता। जिन भै बानी अदब ना धारा, सो जानो ना ही सिख हमारा। सतगुरु महाराज पातशाह जी ने उत्थे सिखां ने एक सवाल भी किया, धन गुरु हरराय साहब जी दसो जे मन साडा टिक गया है तो किवें पता लगे कि टिकिया होया मन असी बानी पढ़ते पे हाँ। सतगुरु गुरु हरराय साहब जी ने उत्थे बचन कहे सी, कहन लगे कि देखो जिन्होंने बानी पढ़द्या होया अंदर मिठास आउंदी है, सतगुरु महाराज पातशाह कहते मीठी लागे प्रे की बानी मन टिके की ये निशानी। बानी मिठी लगन लग पे, बानी पढ़द्या होया इन्ना क प्यार दे विच भिज जाए कि एक पाठ करदा है तो दिल करे कि दूसरा बद्धा चट्टी नहीं,
कि अज 5 करके ही उठना है। नहीं, सतगुरु महाराज कहते बैठा होवे तू बाणी का सहज पाठ कर लग्या कि अज 2 अंग पढ़ने ने, पर आनंद इन्ना आई जावे, रस इन्ना आई जावे कि दिल ही ना करे कि अज समाप्ति करा, मैं अज उठ के बाहर चले जावा। जपजी साहब पढ़दे मन करे कि एक होर पढ़ा, एक होर पढ़ के फिर मन रज्जे ना कवे एक होर ना पढ़ लवां। सतगुरु महाराज कहते ये टिके हुए मन की निशानी है। सतगुरु महाराज कहते जिंदे ते गुरु कृपा करदा है, सतगुरु कहते ने अचर चरै वो साधे हुए मन नूं साधन लग पैंदा है। ਜਿਹੜਾ मन कदी रुकदा ते टिकदा नहीं, सतगुरु महाराज कहते वो मन टिक जाता है। ਜਿਹੜੀਆਂ सिद्धियां ते करामातां लोक विखावा करते ने, सतगुरु महाराज कहते वो हिरदे दे अंदर ही उन्होंने समा दिंदा है। सतगुरु महाराज कहते सिद्ध होई वो सिद्ध हो जाता है, वो अपने मन नूं साध लैंदा है। तो सतगुरु महाराज कहते ने सिद्धि ते बुद्ध पाई, उन्होंने विवेक बुद्धि की प्राप्ति हुंदी है। प्रेम के सर लागे तन भीतर तां परम काटिया जाए। सतगुरु महाराज कहते फिर उनके मन के अंदर परमात्मा के प्रेम का तीर वजदा है। प्रेम के सर कहते ने तीर नूं। सतगुरु महाराज पातशाह कहते प्रेम के सर लागे तन भीतर तां भरम काटिया जाए। तो कहते जेड़ा मन दे विच भरम टिका के बैठा सी, गुरु दे प्रेम का एक तीर वजन की डेर सी कि भरम जिहड़ा है मुँह मूँह जाके डिग पैंदा है। प्रेम के सर लागे तन भीतर तां भरम काटिया जाए। मेरे गोबिंद अपने जन को देह वडियाई। सतगुरु महाराज जी कहते ने गुरु रामदास कि हे मेरे गोबिंद, हे धरती की प्रतिपालना ते रखिया करने वाले परमात्मा, तू कृपा कर अपने सेवक अपने प्यारे नूं तू वडियाई बख्शिश कर। देह वडियाई गुरमत राम नाम परगासो सदा रहो शरनाई। ते सतगुरु महाराज वडियाई की दवो अपने सेवक दे मन दे अंदर। सतगुरु महाराज अपने राम नाम की गुरमत का प्रगास कर देवो, प्रगट कर देवो, चानना कर देवो ते सदा रहूं शरनाई। ते मत इदां दी देव सतगुरु महाराज, केवल मैं लोड़ा करके तुहाडे कोल ना आवां। सतगुरु महाराज मैं प्यार करके शरधा करके मन करके हमेशा तुहाडी शरण दे विच रहां। रहाओ विश्राम दिंदे ने। एह संसार सब आवन जाना, मन मूरख चेत अजाना। सतगुरु महाराज पातशाह कहते ने हे मेरे मूर्ख अचेत मन, इस गल नूं चंगी तरह समझ लै कि ये जिहड़ा संसार है ये तो आउण ते जाण वाली विद परमात्मा ने कुदरत ने ये विद रची है। सतगुरु महाराज कहते ये संसार सब आवन जाना, जो संसार दे विच आउंदा है वो चले जाता है। ये परमात्मा ने कुदरत दे राही ये विद रच दिती है। हर जीओ कृपा करहो गुर मेलो, तां हर नाम समाना। हे मेरे मालिक, हे मेरे वाहिगुरु, हे हर जीओ, तुसी अपनी मेहर ते कृपा की निगाह करो। सतगुरु महाराज कहते ने तां हर नाम समाना। जे तुसी गुरु दे नाल मिलाप करा दिओ, गुर मेलो गुरु दे नाल मिलाप करा देवो, तां हर नाम समाना। तां तुहाडा नाम वाहिगुरु जी साडे मन दे विच वस जावेगा। जिसकी वथ सोई प्रभ जानै, जिसनो दे सो पाए। सतगुरु गुरु रामदास महाराज पातशाह कहते ने असल दे विच ये वस्तु अमोलक पदार्थ जिहड़ा है, हरि परमात्मा का नाम जिहड़ा है वो अमोलक वस्तु है। तो सतगुरु कहते जिसकी वथ सोई प्रभ जाने, वो मालिक प्रभु आप वो वस्तु जानता है। जिसनों दे सो पाए, तो जिस दे उत्ते वो कृपा करके ये नाम की दात बख्शिश करता है उसनों ही मिलती है। वस्त अनूप अत अगम अगोचर, गुरपूरा अलख लखाए। सतगुरु महाराज कहते ने एक होंदी है उपमा ते एक होंदी है उपमा तो रहत। सतगुरु महाराज तुहाडे नाम की उपमा जिन्नी मर्जी कर लीए पर असी उनका अंत नहीं पा सकते। अनूप उपमा जिसकी उपमा ना हो सके, अनूप उन्होंने कहा जाता है।
ਅਤ ਅਗੰਮ ਅਗੋਚਰ। ਅਗੰਮ ਕਹਿੰਦੇ ਨੇ ਜਿੰਦੇ ਤੱਕ ਗੰਮਿਆ, ਜਿੰਦੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ, ਤੇ ਅਗੋਚਰ ਕਹਿੰਦੇ ਨੇ ਸਾਡੇ ਇੰਦਰੇ, ਗੋਚਰ ਇੰਦਰੇ, ਤੇ ਅਗੇਤਰ ਐੜਾ ਲਾ ਕੇ ਕਹਿੰਦੇ ਜਿੰਨਾ ਤੱਕ ਅੱਖਾਂ, ਕੰਨ, ਮੂੰਹ, ਨੱਕ ਨਹੀਂ ਪਹੁੰਚ ਸਕਦਾ। ਕੰਨਾਂ ਨਾਲ ਜਿਹਨੂੰ ਸੁਣਿਆ ਨਾ ਜਾ ਸਕੇ, ਅੱਖਾਂ ਨਾਲ ਜਿਹਨੂੰ ਦੇਖਿਆ ਨਾ ਜਾ ਸਕੇ, ਖਲੜੀ ਦੇ ਨਾਲ ਜਿਹਨੂੰ ਸਪਰਸ਼ ਨਾ ਕੀਤਾ ਜਾ ਸਕੇ, ਜ਼ੇਬਾ ਦੇ ਨਾਲ ਜਿਹਨੂੰ ਪੂਰੀ ਤਰ੍ਹਾਂ ਬਿਆਨ ਨਾ ਕੀਤਾ ਜਾ ਸਕੇ, ਉਹਨੂੰ ਕਹਿੰਦੇ ਨੇ ਅਗੋਚਰ। ਗੁਰਪੂਰਾ ਅਲੱਖ ਲਖਾਏ। ਅਲੱਖ ਕਹਿੰਦੇ ਨੇ ਜਿਹਨੂੰ ਵੇਖ ਨਹੀਂ ਸਕਦੇ, ਲਖਿਆ ਨਹੀਂ ਜਾ ਸਕਦਾ, ਸਮਝ ਦੇ ਵਿੱਚ ਆਉਣ ਵਾਲੀ ਜਿਹੜੀ ਵਸਤੂ ਨਾ ਹੋਵੇ। ਸਤਿਗੁਰੂ ਮਹਾਰਾਜ ਕਹਿੰਦੇ ਗੁਰਪੂਰਾ, ਪੂਰਨ ਗੁਰੂ ਜਦੋਂ ਕਿਰਪਾ ਕਰਦਾ ਹੈ ਤੇ ਉਹ ਨਾ ਸਮਝੇ ਜਾਣ ਵਾਲੇ ਨੂੰ ਸਮਝ ਸਕੀਦਾ ਹੈ। ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਿਠਿਆਈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਸ ਨੇ ਫਿਰ ਇਹ ਨਾਮ ਵਸਤ ਚੱਖ ਲਈ, ਸਤਿਗੁਰੂ ਕਹਿੰਦੇ ਨੇ ਉਹੀ ਇਹਦੇ ਸਵਾਦ ਨੂੰ ਜਾਣਦਾ ਹੈ। ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ। ਸਤਿਗੁਰੂ ਮਹਾਰਾਜ ਕਹਿੰਦੇ ਜਿੱਦਾਂ ਗੂੰਗੇ ਨੇ ਮਠਿਆਈ ਖਾਧੀ ਏ ਤੇ ਜਿਵੇਂ ਉਹ ਸਵਾਦ ਚੱਖ ਤੇ ਲੈਂਦਾ ਹੈ, ਮਾਣ ਤੇ ਉਸ ਸਵਾਦ ਨੂੰ ਲੈਂਦਾ ਹੈ, ਪਰ ਉਸ ਸਵਾਦ ਬਾਰੇ ਨਹੀਂ ਦੱਸ ਸਕਦਾ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਵੇਂ ਰਤਨ ਕਿਸੇ ਨੂੰ ਮਿਲ ਜਾਵੇ ਤੇ ਰਤਨ ਲੁਕਾਉਣ ਦੀ ਕੋਸ਼ਿਸ਼ ਕਰੋ, ਉਹ ਲੁਕਦਾ ਨਹੀਂ। ਕਿਉਂਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਭਾਵੇਂ ਧਰਤੀ ਦੇ ਵਿੱਚ ਕਿਸੇ ਨੇ ਧਨ ਦੱਬਿਆ ਹੋਵੇ, ਉਹਦਾ ਮੱਥਾ ਹੀ ਦੱਸ ਦਿੰਦਾ ਹੈ ਕਿ ਕਿੰਨਾ ਧਨਵਾਨ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਤੁਲੰਬੇ ਦੀ ਧਰਤੀ ਤੇ ਸੱਜਣ ਠੱਗ ਦੇਖ ਕੇ ਕਹਿੰਦਾ ਸੀ ਕਿ ਸੱਚਮੁੱਚ ਇਹ ਬਹੁਤ ਧਨਵਾਨ ਹੈ, ਇਹਦਾ ਮੱਥਾ ਦੱਸਦਾ ਪਿਆ ਹੈ ਕਿ ਇਹ ਬੜੇ ਧਨ ਦਾ ਮਾਲਕ ਹੈ। ਇਸੇ ਕਰਕੇ ਉਹ ਬੜਾ ਜ਼ੋਰ ਲਾਉਂਦਾ ਸੀ ਕਿ ਸਤਿਗੁਰੂ ਮਹਾਰਾਜ ਕਿਤੇ ਸੌਂ ਜਾਣ ਤੇ ਮੈਂ ਇਹਨਾਂ ਨੂੰ ਲੁੱਟ ਸਕਾਂ, ਮਾਰ ਸਕਾਂ। ਪਰ ਉਹਨੂੰ ਕੀ ਪਤਾ ਸੀ ਕਿ ਗੁਰੂ ਨਾਨਕ ਕੋਲ ਸੰਸਾਰੀ ਧਨ ਨਹੀਂ, ਸਤਿਗੁਰੂ ਮਹਾਰਾਜ ਕੋਲ ਤਾਂ ਨਾਮ ਦਾ ਧਨ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਸੰਸਾਰੀ ਧਨ ਲੁਕਿਆ ਛਿਪਿਆ ਨਹੀਂ ਨਾ ਰਹਿੰਦਾ, ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿੰਦੇ ਹਿਰਦੇ ਵਿੱਚ ਰਤਨ ਲੁਕਾਇਆ ਲੁਕੇ ਨਾਹੀ, ਜੇ ਕੋ ਲਖੇ ਰੱਖੇ ਲੁਕਾਈ। ਜੇ ਕੋਈ ਨਾਮ ਕਿਸੇ ਦੇ ਹਿਰਦੇ ਵਿੱਚ ਟਿਕ ਜੇ, ਭਾਵੇਂ ਉਹ ਗੁਪਤ ਹੋ ਕੇ ਬੈਠ ਜਾਵੇ, ਗੁਫਾਵਾਂ ਦੇ ਵਿੱਚ ਜਾ ਕੇ ਬੈਠ ਜਾਵੇ, ਪਰ ਪਰਮਾਤਮਾ ਦਾ ਨਾਮ ਉਹਨੂੰ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ। ਜਿਸ ਨੀਚ ਕਉ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂਕੁਟ ਮਾਨੇ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਹੇ ਮੇਰੇ ਮਾਲਿਕ, ਸਭ ਕੁਛ ਜਿਹੜਾ ਜੋ ਕੁਛ ਦਿਸਦਾ ਪਿਆ ਹੈ ਇਹ ਸਾਰਾ ਕੁਝ ਤੇਰਾ ਹੈ, ਤੇ ਤੂੰ ਅੰਤਰਜਾਮੀ, ਤੂੰ ਅੰਦਰ ਦੀਆਂ ਸਾਡੇ ਮਨ ਦੀਆਂ ਜਾਣਨ ਵਾਲਾ ਹੈ। ਤੈਨੂੰ ਪਤਾ ਹੈ ਕਿ ਸਾਡੇ ਮਨ ਦੇ ਵਿੱਚ ਕੀ ਹੈ। ਤੂੰ ਸਭਨਾ ਕਾ ਪ੍ਰਭ ਸੋਈ, ਸਾਰੇ ਤੇਰੇ ਨੇ ਤੇ ਤੂੰ ਸਾਰਿਆਂ ਦਾ ਹੈ। ਜਿਸ ਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨ ਕੋਈ। ਜਿਸ ਉੱਤੇ ਵਾਹਿਗੁਰੂ ਮਾਲਕ ਜੀ ਤੁਸੀਂ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹੋ, ਸਤਿਗੁਰੂ ਮਹਾਰਾਜ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਜਨ ਨਾਨਕ ਅਵਰ ਨ ਕੋਈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਹੇ ਮੇਰੇ ਮਾਲਕ, ਤੇਰੇ ਤੋਂ ਬਗੈਰ ਕੋਈ ਦੂਸਰਾ ਨਹੀਂ ਜਿੰਦੇ ਪਾਸੋਂ ਇਹ ਦਾਤ ਪ੍ਰਾਪਤ ਹੋ ਸਕਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ, ਗੁਰੂ ਕਿਰਪਾ ਕਰੇ। ਅਰਦਾਸ ਸਤਿਗੁਰੂ ਮਹਾਰਾਜ ਅੱਗੇ ਕਰੀਏ। ਸਤਿਗੁਰੂ ਮਹਾਰਾਜ ਮੇਰੇ ਗੋਬਿੰਦ, ਆਪਣੇ ਜਨ ਕੋ ਦੇਹ ਵਡਿਆਈ, ਗੁਰਮਤਿ ਰਾਮ ਨਾਮ ਪਰਗਾਸੋ, ਸਦਾ ਰਹੋ ਸ਼ਰਨਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ, ਹਿਰਦੇ ਵਿੱਚ